सत श्री अकाल दर्शकों, हैल्पलाइन दे इस प्रोग्राम विच तुहाडा स्वागत है। अज असीं आए हां विर्क हॉस्पिटल जलंधर विच, जिथे असीं तुहानूं मिलावांगे डॉक्टर SPS विर्क नाल, जो कि इस हॉस्पिटल दे डायरैक्टर हन। विर्क हॉस्पिटल उम्मीद है उन्हां बेऔलाद जोड़ियां दी जिन्हां नूं संतान प्राप्ति दा सुख प्राप्त नहीं हुंदा। डॉक्टर विर्क नूं इंडिया विच ही नहीं बल्कि बाहरले मुल्कां विच भी ऑनर दिता गया है ते इन्हां नूं डॉक्टर रॉबर्ट एडवर्ड, जिन्हां ने दुनिया नूं पहला टेस्ट ट्यूब बेबी दिता सी, उन्हां नाल भी काम करन दा मौका मिलिया है। डॉक्टर विर्क, तुहाडा बहुत-बहुत स्वागत है साडे इस प्रोग्राम विच। डॉक्टर विर्क, सब तो पहला साडे दर्शकां नूं तुसीं अपने हस्पताल बारे जानकारी दिओ। विर्क हॉस्पिटल जलंधर जो कि बेऔलादपन ਦੇ ਇਲਾਜ ਦੇ ਲਈ ਹਿੰਦੁਸਤਾਨ ਹੀ ਨਹੀਂ ਬਲਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਬੜਾ ਮਸ਼ਹੂਰ ਹੈ। ਇਹ ਅੱਜ ਤੋਂ ਕੋਈ 18 ਸਾਲ ਪਹਿਲਾਂ ਸਾਡੇ ਉੱਤਰੀ ਭਾਰਤ ਤੋਂ ਕਾਫੀ ਮਰੀਜ਼ ਬੰਬੇ ਸਾਈਡ ਵੱਲ, ਕੈਲਕਟਾ, ਦਿੱਲੀ ਜਾਂਦੇ ਸਨ ਬੇਔਲਾਦਪਨ ਦੇ ਇਲਾਜ ਦੇ ਲਈ। ਫਿਰ ਅਸੀਂ ਬੜੇ ਖੱਜਲ ਖੁਆਰ ਹੁੰਦੇ ਸਨ, ਉਹਨਾਂ ਨੂੰ ਪ੍ਰੋਬਲਮਸ ਬੜੀਆਂ ਆਉਂਦੀਆਂ ਸਨ। ਉੱਥੇ ਜਾ ਕੇ ਰਹਿਣਾ, ਸਾਰਾ ਸਿਸਟਮਸ ਉੱਥੋਂ ਦੇ ਕਿਰਾਏ 'ਤੇ ਹੋਟਲਾਂ 'ਚ ਰਹਿਣਾ, ਇਲਾਜ ਬੜੇ ਮਹਿੰਗੇ ਸਨ। ਫਿਰ ਅਸੀਂ ਸੋਚਿਆ ਵੀ ਕਿਉਂ ਨਾ ਉੱਤਰੀ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਅਤੇ ਜਲੰਧਰ ਦੇ ਵਿੱਚ ਕੋਈ ਐਸਾ ਇਨਫਰਟੀਲਿਟੀ ਸੈਂਟਰ ਖੋਲ੍ਹਿਆ ਜਾਵੇ ਜਿਹੜੇ ਕਿ ਇਹ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਬੰਬੇ, ਕੈਲਕਟਾ, ਬੈਂਗਲੌਰ ਜਾ ਰਹੇ ਆ, ਦਿੱਲੀ ਜਾ ਰਹੇ ਆ, ਉਹਨਾਂ ਨੂੰ ਅਸੀਂ ਇੱਥੇ ਹੀ ਉਹ ਸੁਵਿਧਾਵਾਂ ਪ੍ਰਾਪਤ ਕਰਵਾਈਏ ਜਿਹੜੀਆਂ ਕਿ ਇਹਨਾਂ ਸ਼ਹਿਰਾਂ ਦੇ ਵਿੱਚ ਮਿਲਦੀਆਂ। ਅਤੇ ਵਿਰਕ ਹੌਸਪੀਟਲ ਦੀ ਜਿਹੜੀ ਪਹਿਲੀ ਸਥਾਪਨਾ 18 ਸਾਲ ਪਹਿਲਾਂ ਇਸ ਕੇਂਦਰ ਦੀ ਹੋਈ ਆ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ 10,000 ਤੋਂ ਜ਼ਿਆਦਾ ਬੇਔਲਾਦ ਜੋੜਿਆਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਕਰਵਾ ਚੁੱਕੇ ਹਾਂ, ਜਿਹੜਾ ਕਿ ਆਪਣੇ ਆਪ ਦੇ ਵਿੱਚ ਹੀ ਇੱਕ ਬੜੀ ਵੱਡੀ ਅਚੀਵਮੈਂਟ ਆ ਐਂਡ ਰਿਕਾਰਡ ਆ। ਸਾਡੇ ਕੇਂਦਰ ਜਿਹੜਾ ਹੈ ਇਸ ਵੇਲੇ ਹੁਣ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਸਟੇਟ ਆਫ ਦਾ ਆਰਟ ਸੈਂਟਰ ਦੀ ਕੈਟਾਗਰੀ 'ਚ ਆ ਗਿਆ। ਵਿਰਕ ਹੌਸਪੀਟਲ ਜਲੰਧਰ ਨੂੰ ਜੇ ਗ੍ਰੇਡਿੰਗ ਕੀਤੀ ਜਾਵੇ ਅਤੇ ਜਿਹੜੇ ਵੀ ਸਾਡੇ ਇੱਥੋਂ ਦੀਆਂ ਸੰਸਥਾਵਾਂ ਆ ਜਿਨ੍ਹਾਂ ਨੇ ਕਿ ਹਿੰਦੁਸਤਾਨ ਦੇ 300 ਕੇਂਦਰ IVF ਸੈਂਟਰਸ ਹੈਗੇ ਆ ਜਿੱਥੇ ਬੇਔਲਾਦਪਨ ਦਾ ਇਲਾਜ ਹੁੰਦਾ ਆ, ਅਤੇ ਅਸੀਂ ਉਹ 300 ਦੇ ਵਿੱਚੋਂ ਪਹਿਲੇ 3 ਅਤੇ 5 ਦੇ ਵਿੱਚ ਸਾਡੀ ਗ੍ਰੇਡਿੰਗ ਹੁੰਦੀ ਹੈ। ਐਂਡ ਇਹ ਇੱਕਮਾਤਰ ਕੇਂਦਰ ਆ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਕਿ IVF ਟੈਸਟ ਟਿਊਬ ਬੇਬੀ ਜਿਹੜੀ ਵਿਧੀ ਆ ਉਹਦੇ ਵਾਸਤੇ ਵੇਟਿੰਗ ਲਿਸਟ ਆ ਸਾਡੇ ਕੇਂਦਰ ਦੇ ਵਿੱਚ। ਸਾਡੀ ਜਿਹੜੀ ਟੀਮ ਆ ਇਸ ਵੇਲੇ ਸਾਡੇ IVF ਸਪੈਸ਼ਲਿਸਟ ਨੇ ਡਾਕਟਰ ਅਨੁਪਮ ਚੋਪੜਾ, ਡਾਕਟਰ ਗੀਤਾ, ਡਾਕਟਰ ਹਰਪ੍ਰੀਤ ਔਜਲਾ, ਡਾਕਟਰ ਵਿਭਾ, ਸਾਡੇ ਐਂਡੋਸਕੋਪਿਕ ਸਰਜਨ ਨੇ ਡਾਕਟਰ ਬਖਸ਼ੀ, ਐਂਡ ਸਾਡੇ ਕੇਂਦਰ ਨੂੰ ਬਾਹਰਲੇ ਕੇਂਦਰਾਂ ਤੋਂ ਵਿੱਚੋਂ ਜਿਹੜੇ ਹਿੰਦੁਸਤਾਨੀ ਨਹੀਂ ਬਲਕਿ ਏਸ਼ੀਆ ਦੇ ਜਿਹੜੇ ਲੀਡਿੰਗ ਐਕਸਪਰਟਸ ਆ ਉਹਨਾਂ ਦੇ ਨਾਲ ਵੀ ਸਾਡਾ ਤਾਲਮੇਲ ਆ, ਅਤੇ ਜਦੋਂ ਵੀ ਸਾਨੂੰ ਲੋੜ ਪੈਂਦੀ ਆ ਸਾਡੀ ਕੋਲੈਬੋਰੇਸ਼ਨ ਇਹਨਾਂ ਕੇਂਦਰਾਂ ਦੇ ਨਾਲ ਅਮਰੀਕਾ 'ਚ ਵੀ, ਇਜ਼ਰਾਈਲ 'ਚ ਅਤੇ ਬੰਬੇ ਦੇ ਜਿਹੜੇ ਟੌਪ ਰੈਂਕਿੰਗ IVF ਸਪੈਸ਼ਲਿਸਟ ਆ ਉਹਨਾਂ ਨਾਲ ਸਾਡਾ ਕੋਲੈਬੋਰੇਸ਼ਨਸ ਹੈਗੀ ਆ। ਜਦੋਂ ਵੀ ਸਾਨੂੰ ਲੋੜ ਪੈਂਦੀ ਆ ਵੇਟਿੰਗ ਲਿਸਟ ਕਰਕੇ ਸਾਨੂੰ ਕੇਸਿਸ ਦੀ ਇੰਨੀ ਮਾਤਰਾ ਹੁੰਦੀ ਆ ਵੀ ਸਾਨੂੰ ਉਹਨਾਂ ਨੂੰ ਵੀ ਬੁਲਾ ਕੇ ਇੱਥੇ ਉਹ ਸੁਵਿਧਾਵਾਂ ਜਿਹੜੀਆਂ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਉਹ ਅਸੀਂ ਆਪਣੇ IVF ਸੈਂਟਰ ਦੇ ਰਾਹੀਂ ਇੱਥੋਂ ਦੇ ਮਰੀਜ਼ਾਂ ਨੂੰ ਮੁਹੱਈਆ ਕਰਵਾਈ ਦੀ ਹੈ। डॉक्टर साहब, ਜਿਹੜੇ ਬੇਔਲਾਦ ਜੋੜੇ ਹਨ ਉਹ IVF ਵਿਧੀ ਦਾ ਲਾਭ ਕਿਸ ਤਰ੍ਹਾਂ ਲੈ ਸਕਦੇ ਹਨ? ਸਾਡੇ ਜੇ 100 ਮਰੀਜ਼ ਆਣ ਜਿਨ੍ਹਾਂ ਨੂੰ ਕਿ ਸੰਤਾਨ ਸੁੱਖ ਦੀ ਪ੍ਰਾਪਤੀ ਨਹੀਂ ਹੋਈ ਆ, ਉਹਨਾਂ ਦੇ ਬੱਚਾ ਨਹੀਂ ਠਹਿਰ ਰਿਹਾ, ਤੇ ਜਦੋਂ ਸਾਡੇ ਕੋਲ ਆਉਂਦੇ ਆ ਤੇ ਮੈਂ ਜਿਸ ਨਾਲ ਹੁਣੇ ਹੀ ਦੱਸਿਆ ਕਿ 60 ਤੋਂ 70% ਮਰੀਜ਼ਾਂ ਦਾ ਇਲਾਜ ਸਧਾਰਨ ਵਿਧੀ IUI ਨਾਲ ਹੋ ਜਾਂਦਾ ਹੈ, ਲੇਕਿਨ 30 ਤੋਂ 40% ਇੱਦਾਂ ਦੇ ਮਰੀਜ਼ ਆ ਜਿੱਥੇ ਕਿ ਟਿਊਬਾਂ ਬੰਦ ਆ। IVF ਦੇ ਉੱਤੇ ਅਸੀਂ ਉਹ ਪੇਸ਼ੈਂਟਸ ਨੂੰ ਲੈ ਕੇ ਜਾਈਦਾ ਹੈ ਜਿੱਥੇ ਕਿ ਟਿਊਬਾਂ ਬੰਦ ਆ, ਅੰਡੇ ਨਹੀਂ ਬਣ ਰਹੇ, ਸ਼ੁਕਰਾਣੂ ਦੀ ਮਾਤਰਾ ਘੱਟ ਆ, ਪੋਲੀਸਿਸਟਿਕ ਓਵਰੀਜ਼ ਆ, ਜਾਂ ਉਹ ਮਰੀਜ਼ ਜਿੱਥੇ ਕਿ 5-6 ਵਾਰੀ IUI ਵਿਧੀ ਰਾਹੀਂ ਟਰਾਈ ਕੀਤਾ ਬੱਚਾ ਨਹੀਂ ਠਹਿਰਿਆ, ਉਹਨਾਂ ਨੂੰ ਅਸੀਂ IVF ਵਿਧੀ 'ਤੇ ਲੈ ਕੇ ਜਾਈਦਾ। IVF ਜਿਹੜਾ ਹੈ ਟੈਸਟ ਟਿਊਬ ਬੇਬੀ ਇਹਨੂੰ ਕਹੀਦਾ ਆ, ਐਂਡ ਪਹਿਲੀ ਟੈਸਟ ਟਿਊਬ ਬੇਬੀ 1978 ਦੇ ਵਿੱਚ ਲੂਇਸ ਬਰਾਊਨ, ਡਾਕਟਰ ਰੋਬਰਟ ਐਡਵਰਡਸ ਅਤੇ ਇਹਨਾਂ ਦੀ ਟੀਮ ਨੇ ਇੰਗਲੈਂਡ ਦੇ ਵਿੱਚ ਦਿੱਤੀ ਸੀ। ਐਂਡ ਮੈਨੂੰ ਇਹ ਦੱਸਦਿਆਂ ਵੀ ਬੜੀ ਖੁਸ਼ੀ ਹੋ ਰਹੀ ਆ ਵੀ ਇਹ ਰੋਬਰਟ ਐਡਵਰਡਸ ਨੂੰ ਜਿੱਦਾਂ ਨੇ ਕਿ ਪਹਿਲੀ ਟੈਸਟ ਟਿਊਬ ਬੇਬੀ 1978 'ਚ ਦਿੱਤੀ ਸੀ, ਅਤੇ ਇਹਨਾਂ ਨੂੰ ਨੋਬਲ ਪ੍ਰਾਈਜ਼ ਪਿਛਲੇ ਸਾਲ 2010 ਦੇ ਵਿੱਚ ਮਿਲਿਆ ਆ, ਅਤੇ ਮੈਨੂੰ ਸੁਭਾਗ ਪ੍ਰਾਪਤ ਹੋਇਆ ਇਹਨਾਂ ਦੇ ਨਾਲ ਕੰਮ ਕਰਨ ਦਾ ਵੀ। ਐਂਡ ਅਮਰੀਕਾ ਦੇ ਵਿੱਚ ਵੀ ਮੈਂ ਇਹਨਾਂ ਨੂੰ ਮਿਲਿਆ, ਕੈਨੇਡਾ ਦੇ ਵਿੱਚ ਵੀ ਮਿਲਿਆ,
ਅਤੇ ਹੁਣ ਤੱਕ IVF ਰਾਹੀਂ ਲੱਖਾਂ ਦੀ ਗਿਣਤੀ ਦੇ ਵਿੱਚ IVF ਬੇਬੀਜ਼ ਪ੍ਰੋਡਿਊਸ ਹੋ ਚੁੱਕੀਆਂ ਪੂਰੇ ਦੁਨੀਆ ਦੇ ਵਿੱਚ। IVF ਵਿਧੀ ਕਿੱਥੇ ਅਪਣਾਈ ਜਾਂਦੀ ਹੈ ਉਹ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ। ਇਹਦੇ ਵਿੱਚ ਕਰੀਦਾ ਕੀ ਆ ਕਿ ਪੇਸ਼ੈਂਟ ਨੂੰ ਕਾਫੀ ਜਿਹੜੇ ਡਰੱਗਸ ਹੈਗੇ, ਇੰਜੈਕਸ਼ਨਸ ਹੈਗੇ ਆ, ਫਰਟੀਲਿਟੀ ਹਾਰਮੋਨਸ ਆ, ਉਹਦੇ ਰਾਹੀਂ ਅੰਡੇ ਬਣਾਏ ਜਾਂਦੇ। ਅੰਡੇ ਬਣਾਉਣ ਤੋਂ ਬਾਅਦ 11ਵੇਂ 12ਵੇਂ ਦਿਨ ਉਹਨਾਂ ਦੇ ਜਿਹੜੇ ਅੰਡੇ ਅਲਟਰਾਸਾਊਂਡ 'ਤੇ ਚੈੱਕ ਕਰਕੇ ਤੇ IVF ਥੀਏਟਰ ਦੇ ਵਿੱਚ ਲਿਜਾ ਕੇ ਇੱਕ ਇੱਕ ਕਰਕੇ ਇਹਨਾਂ ਅੰਡਿਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਅਤੇ ਇਹਨਾਂ ਅੰਡਿਆਂ ਨੂੰ ਫਿਰ ਅਸੀਂ ਆਪਣੇ IVF ਲੈਬ ਦੇ ਵਿੱਚ ਜਾ ਕੇ ਇਹਦੀ ਗ੍ਰੇਡਿੰਗ ਕਰਦੇ ਹਾਂ ਵੀ ਇਹ ਐਗਸ ਜਿਹੜੇ ਆ ਇਹ ਪ੍ਰੋਪਰ ਐਗਸ ਆ, ਗੁੱਡ ਐਗਸ ਆ, ਬੈਡ ਆ। ਐਂਡ ਜਿਹੜੇ ਬੈਸਟ ਐਗਸ ਹੁੰਦੇ ਆ ਉਹਨਾਂ ਨੂੰ ਅਸੀਂ ਆਪਣੇ ਸਾਡੇ ਜਿਹੜੇ ਐਮਬ੍ਰੀਓਲੋਜਿਸਟ ਆ ਲੈਬ ਦੇ ਵਿੱਚ ਉਹ ਉਹਨਾਂ ਨੂੰ ਕੱਢ ਕੇ ਸਾਡੇ ਇਨਕਿਊਬੇਟਰਸ ਦੇ ਵਿੱਚ ਉਹਨਾਂ ਨੂੰ ਗਰੋ ਕਰਦੇ ਆ ਅਤੇ ਨਾਲ ਹੀ ਉਸ ਪੇਸ਼ੈਂਟ ਦੇ ਜਿਹੜੇ ਹਸਬੈਂਡ ਆ ਉਹਦੇ ਸਪਰਮਸ ਲੈ ਕੇ ਜਿਹੜੇ ਬੈਸਟ ਕੁਆਲਿਟੀ ਸਪਰਮਸ ਆ ਉਹਨਾਂ ਨੂੰ ਵਾਸ਼ ਕਰਕੇ ਉਹਨਾਂ ਨੂੰ ਹੋਰ ਐਕਟਿਵ ਕਰਕੇ ਉਹਨਾਂ ਸਪਰਮਸ ਨੂੰ ਇਹਨਾਂ ਐਗਸ ਦੇ ਕੋਲ ਛੱਡਿਆ ਜਾਂਦਾ ਹੈ। ਇਹ ਐਗਸ ਜਦੋਂ ਸਪਰਮ ਦੇ ਨਾਲ ਫਰਟੀਲਾਈਜ਼ ਹੋ ਜਾਂਦੇ ਆ ਤੇ ਇਹਨਾਂ ਨੂੰ ਫਰਟੀਲਾਈਜੇਸ਼ਨ ਤੋਂ ਬਾਅਦ 2 ਸੈੱਲ 4 ਸੈੱਲ ਜਾਂ 8 ਸੈੱਲ ਸਟੇਜ ਤੇ ਵਾਪਸ ਸਾਡੇ ਜਿਹੜੇ ਗਾਇਨੇਕੋਲੋਜਿਸਟ ਆ ਉਹ ਉਹਨਾਂ ਨੂੰ ਇਹਨਾਂ ਐਮਬ੍ਰੀਓਜ਼ ਨੂੰ ਭਰੂਣ ਜਿਹੜੇ ਆ 4 ਸੈੱਲ 6 ਸੈੱਲ 8 ਸੈੱਲ ਸਟੇਜ ਐਮਬ੍ਰੀਓਜ਼ ਇਹਨਾਂ ਨੂੰ ਅਸੀਂ ਐਮਬ੍ਰੀਓ ਕੈਥੇਟਰ ਦੇ ਵਿੱਚ ਪਾ ਕੇ ਵਾਪਸ ਆਪਣੇ ਗਾਇਨੇਕੋਲੋਜਿਸਟ ਨੂੰ ਦੇ ਦਈਦਾ ਆ ਜਿਹੜੇ ਕਿ ਇਹਨਾਂ ਨੂੰ ਯੂਟਰਸ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਜਿੱਥੇ ਕਿ ਪ੍ਰੈਗਨੈਂਸੀ ਹੋਣੀ ਆ ਤੇ 9 ਮਹੀਨੇ ਉੱਥੇ ਹੀ ਗਰੋ ਕਰਕੇ ਬੱਚਾ ਡਿਲੀਵਰ ਕਰਦਾ ਹੈ। ਸੋ ਇਹ ਸੀ IVF ਵਿਧੀ ਬਾਰੇ। ਹਿੰਦੁਸਤਾਨ ਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਿਆ 300 IVF ਸੈਂਟਰਸ ਸਾਡਾ ਜਿਹੜੀ ਗ੍ਰੇਡਿੰਗ ਆ ਪਹਿਲੇ 5 ਕੇਂਦਰਾਂ ਦੇ ਵਿੱਚ ਆ ਜਾਂਦੀ ਆ ਐਂਡ ਇੱਕੋ ਹੀ ਕੇਂਦਰ ਆ ਹਿੰਦੁਸਤਾਨ 'ਚ ਜਿੱਥੇ IVF 'ਚ ਸਾਡੀ ਵੇਟਿੰਗ ਲਿਸਟ ਆ। ਸਾਡੇ ਕੇਂਦਰ ਦੇ ਵਿੱਚ ਬਾਹਰਲੇ ਮੁਲਕਾਂ ਤੋਂ ਅਮਰੀਕਾ, ਕੈਨੇਡਾ, ਯੂਰਪ, ਜਰਮਨੀ, ਇਟਲੀ, ਆਸਟਰੀਆ, ਨਾਰਵੇ, ਦੁਬਈ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਇੰਡੀਅਨਸ ਹੀ ਨਹੀਂ ਹਿੰਦੁਸਤਾਨੀ ਤੇ ਆਉਂਦੇ ਹੀ ਆ ਇਲਾਜ ਕਰਨ ਵਾਸਤੇ ਬਟ ਗੋਰੇ ਵੀ ਵਾਈਟ ਕਪਲਸ ਉਹ ਵੀ ਆ ਕੇ ਇੱਥੇ ਸੰਤਾਨ ਸੁਖ ਦੀ ਪ੍ਰਾਪਤੀ ਕਰਕੇ ਗਏ। IVF ਦਾ ਜਿਹੜਾ ਖਰਚਾ ਆ ਉਹ 50 ਤੋਂ 60 ਹਜ਼ਾਰ ਆ ਐਂਡ ਦਵਾਈਆਂ ਦੇ ਉੱਤੇ ਵੀ 40-50 ਹਜ਼ਾਰ ਖਰਚ ਆ ਜਾਂਦਾ ਹੈ। ਐਂਡੋਸਕੋਪੀ ਦੇ ਉੱਤੇ 15 ਤੋਂ 20 ਹਜ਼ਾਰ ਖਰਚ ਆਉਂਦਾ ਹੈ। ਸੋ ਇਹ ਜਿਹੜੇ ਇੰਟਰਨੈਸ਼ਨਲ ਸੈਂਟਰਸ ਆ ਬਾਹਰਲੇ ਮੁਲਕਾਂ 'ਚ ਉੱਥੇ ਇਹ ਇੱਕ IVF ਵਿਧੀ ਅਮਰੀਕਾ, ਕੈਨੇਡਾ 'ਚ 8 ਤੋਂ 15 ਲੱਖ ਖਰਚ ਆਉਂਦਾ ਲੇਕਿਨ ਸਾਡੇ ਇੱਥੇ ਉਹੀ ਜਿਹੜੇ ਇਲਾਜ ਉੱਥੇ 15 ਲੱਖ 'ਚ ਹੁੰਦਾ ਹੈ ਸਾਡੇ ਇੱਥੇ ਲੱਖ ਸਵਾ ਲੱਖ ਦੇ ਵਿੱਚ 1.5 ਲੱਖ 'ਚ ਉਹਨਾਂ ਦਾ ਇਲਾਜ ਹੋ ਜਾਂਦਾ ਹੈ। ਬਾਹਰਲੇ ਮੁਲਕਾਂ 'ਚੋਂ ਤੇ ਹਿੰਦੁਸਤਾਨ 'ਚੋਂ ਸਾਡੇ ਕੇਂਦਰ 'ਚ ਕਿਉਂ ਇੰਨੇ ਭਾਰੀ ਤਾਦਾਦ ਦੇ ਵਿੱਚ ਗਿਣਤੀ ਦੇ ਵਿੱਚ IVF ਕਰਵਾਉਣ ਪੇਸ਼ੈਂਟਸ ਆਉਂਦੇ ਆ ਉਹਦਾ ਕਾਰਨ ਆ ਵੀ ਇੱਕ ਤੇ ਸਾਡਾ ਸਕਸੈਸ ਰੇਟ ਬੜਾ ਹਾਈ ਆ, ਦੂਸਰਾ ਪ੍ਰੈਗਨੈਂਸੀ ਰੇਟ ਇਜ਼ ਮੋਰ ਦੈਨ 40 to 50% ਉਹ ਮਰੀਜ਼ਾਂ ਦੇ ਵਿੱਚ ਜਿੱਥੇ ਕਿ ਉਹਨਾਂ ਦੇ ਆਪਣੇ ਅੰਡਿਆਂ ਦਾ ਇਸਤੇਮਾਲ ਹੁੰਦਾ ਹੈ। ਉਹ ਮਰੀਜ਼ ਜਿੱਥੇ ਡੋਨਰ ਐਗਸ ਤੇ ਜਾਈਦਾ ਉੱਥੇ 50 ਤੋਂ 70% ਤੱਕ ਵੀ ਅਸੀਂ ਸਫਲਤਾ ਹਾਸਲ ਕਰ ਚੁੱਕੇ ਹਾਂ ਐਂਡ ਇੰਨਾ ਹਾਈ ਸਕਸੈਸ ਰੇਟ ਬਾਹਰਲੇ ਮੁਲਕਾਂ ਦੇ ਵਿੱਚ ਵੀ ਨਹੀਂ ਮਿਲਦਾ। ਉਹ ਮਰੀਜ਼ ਜਿਨ੍ਹਾਂ ਨੂੰ ਡੋਨਰ ਐਗਸ ਦੀ ਲੋੜ ਪੈਂਦੀ ਆ ਵੱਡੀ ਉਮਰ ਦੇ ਜਾਂ ਜਿਨ੍ਹਾਂ ਦੇ ਅੰਡੇ ਨਹੀਂ ਬਣਦੇ ਉਹਨਾਂ ਨੂੰ ਵੀ IVF ਤੇ ਜਾਣਾ ਪੈਂਦਾ ਐਂਡ ਉਹ ਆਪਣੀ ਡੋਨਰਸ ਅਰੇਂਜ ਕਰਕੇ ਤੇ ਡੋਨਰ ਐਗਸ ਦੇ ਨਾਲ ਆਪਣੇ ਹਸਬੈਂਡ ਦੇ ਸਪਰਮਸ ਨੂੰ ਫਰਟੀਲਾਈਜ਼ ਕਰਵਾ ਕੇ ਸੰਤਾਨ ਸੁਖ ਦੀ ਪ੍ਰਾਪਤੀ ਕਰ ਲੈਂਦੇ। ਉਹ ਮਰੀਜ਼ ਜਿਨ੍ਹਾਂ ਨੂੰ ਕਿ IVF 7-8 ਵਾਰੀ ਹੋਇਆ ਐਂਡ ਬੱਚਾ ਨਹੀਂ ਠਹਿਰਿਆ ਜਾਂ ਉਹ ਮਰੀਜ਼ ਜਿਨ੍ਹਾਂ ਦੇ ਬੱਚੇਦਾਨੀ ਹੀ ਖਰਾਬ ਆ, ਯੂਟਰਸ ਖਰਾਬ ਆ, ਉਹ ਮਰੀਜ਼ ਜਿਨ੍ਹਾਂ ਦੀ ਯੂਟਰਸ ਕੱਢੀ ਹੋਈ ਆ, ਬੱਚੇਦਾਨੀ ਐਬਸੈਂਟ ਆ, ਉਹਨਾਂ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਵਿਧੀ ਆ ਸਰੋਗੇਸੀ, ਪ੍ਰਾਈ ਕੁੱਕ ਇਹਨੂੰ ਕਹਿੰਦੇ ਆ ਤੇ ਇਸ ਵਿਧੀ ਰਾਹੀਂ ਵੀ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਿੰਦੁਸਤਾਨ 'ਚ ਸਾਡੇ ਜਲੰਧਰ ਸ਼ਹਿਰ ਦੇ ਵਿੱਚ ਸਾਡੇ ਕੇਂਦਰ ਦੇ ਵਿੱਚ ਵੀ ਸਰੋਗੇਸੀ ਪ੍ਰੋਗਰਾਮ ਦੇ ਨਾਲ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਲੋਕਾਂ ਨੇ ਸੰਤਾਨ ਸੁਖ ਦੀ ਪ੍ਰਾਪਤੀ ਕੀਤੀ ਹੈ। ਉਹ ਮਰੀਜ਼ ਜਿਨ੍ਹਾਂ ਦੇ ਵਿੱਚ ਕਿ ਸ਼ੁਕਰਾਣੂ ਦੀ ਮਾਤਰਾ ਬੜੀ